अस्सलामुअलैकुम जी नाजरीन। अज के वीलाग दे विच मैं तुहाडे नाल मंडी बहावलदीन दे विच एक ऐसा अफसोसनाक वाक़या पेश आया कि एक बंदा जिहदा कारखाना चूड़ियां दा हुंदा, काफ़ी अरसे तो वो कारखाना चला रहा और कारखाने दे विच बहुत सारे मजदूर काम करते हैं। एक बहुत ही इतमाद वाला मजदूर जिहदा नाम साजिद हुंदा, उन्हें भरा बनाया हुंदा, लेकिन उही जिहड़ा उहदा दुश्मन बन जाता और उस कारखाने के मालक नूं मार दिंदा और मार के ते टोआ कढ़ के नहर के किनारे दे उत्ते दब दिंदा, नाल दो बंदियां नूं मिला लैंदा। उहदी की वजह बनी कि वो कारखाने के मालक नूं मारना पिया, उहदा की मफाद सी, उहदी सारी तफसीलात अज दी इस वीडियो दे विच मैं तुहाडे नाल शेयर करांगा। ये वाक़या जिहड़ा बड़ा ही अफसोसनाक वाक़या आ। ये वाक़े का जिहड़ा मालिक आ वो आज़ाद कश्मीर का रहन वाला आ, उहदा नाम आ कदीर। ये मंडी बहावलदीन दे विच वाक़या पेश आया कि ये कदीर जिहड़ा अरसा दराज तो कारखाना इन्हें बनाया होया, चूड़ियां का कारखाना आ, काफ़ी इत्थे लोग काम करते हैं और मुख्तलिफ किस्म दीयां मशीनां इन्हां ने लाइयां हुईयां ने और रा मटीरियल जिहड़ा जाके ते ये मंडी बहावलदीन तो खरीद के लैके आते हैं और लिया के ते इत्थे बना के चूड़ियाँ फिर जिथे जिथे सप्लाई करनियां होंदियां उत्थे उत्थे सप्लाई करते हैं। एक कदीर ने एक अपना मुलाजम रखिया जिहदा नाम साजिद। साजिद जिहड़ा आ ये बहुत पुराना इहदा इतमाद वाला मुलाजम सी और इते बड़ा इतमाद करदा सी। साजिद जिहड़ा सी कारखाने का सारा इंतजाम देखदा सी, इत्थों तक कि जदों किसी नूं माल देना हुंदा उहदा रेट और रा मटीरियल जिन्ना भी खरीदना ये सारा कुछ आपे करदा सी। एक दिन इहदा दिल बेईमान हो जाता कि यार मेहनत सारी मैं करदा और मालक जिहड़ा करदा भी कुछ नहीं हैगा ते पैसे सारे उहदी जेब दे विच जांदे आ, यानी उहदे दिल दे विच लालच आ जांदा। लालच जिहड़ी आ ना ये बुरी बला लालच लै बैंदी आ ते इसे तरह इस साजिद ने लालच दे विच आके ना ते एक प्लान सोचा। इहदे को दो दोस्त हुंदे ने, बहुत पुराने जिगरी दोस्त हुंदे ने, इन्हां दे नाल ये इतमाद दे नाल गल भी कर सकदा सी। ये उन्हां दे नाल प्लानिंग बनांदा कि यार देखो आपां ने सारी उम्र गुरबत देखी आ ते तुसीं इस तरह करो कि मेरे नाल रलो, ਆਪਾਂ ਨਾ ਆ ਜਿਹੜਾ ਕਦੀਰ ਆ ਮਾਲਕ ਆ कारखाने ਦਾ ਇਹਨੂੰ ਮੁਬੈਨਾ ਤੌਰ ਦੇ ਉੱਤੇ ਮਾਰ ਕੇ ਤੇ ਸੁੱਟ ਦਿੰਦੇ ਆ ਤੇ ਆਪਾਂ कारखाने ਤੇ ਕਬਜ਼ਾ ਕਰ ਲਾਂਗੇ, ਤੁਸੀਂ ਵੀ ਅਮੀਰੀ ਵਾਲੀ ਜ਼ਿੰਦਗੀ ਗੁਜ਼ਾਰੋ ਤੇ ਮੈਂ ਵੀ ਅਮੀਰੀ ਵਾਲੀ ਜ਼ਿੰਦਗੀ ਗੁਜ਼ਾਰਾਂਗਾ। ਤੇ ਉਹ ਕਹਿੰਦੇ ਨਾ ਨਾ ਯਾਰ ਅਸੀਂ ਨਹੀਂ ਇਹ ਕੰਮ ਕਰਨਾ ਹੈਗਾ, ਪੁਲਿਸ ਸਾਨੂੰ ਫੜ ਲੈਗੀ। ਇਹ ਕਹਿੰਦਾ ਯਾਰ ਤੁਸੀਂ ਕੁਝ ਨਾ ਕਰੋ, ਡਰੋ ਨਾ, ਮੈਂ ਜਿਵੇਂ ਤੁਹਾਨੂੰ ਕਹਾਂਗਾ ਉਵੇਂ ਕਰੋ, ਪੁਲਿਸ ਨੂੰ ਬਿਆਨ ਤਾਂ ਮੈਂ ਦੇਣਾ ਨਾ ਤੇ ਪੁਲਿਸ ਕੋਲੋਂ ਕੁਝ ਨਹੀਂ ਹੁੰਦਾ, ਛੁੱਟ ਜਾਾਂਗੇ ਆਪਾਂ ਤੇ ਸਾਰੀ ਉਮਰ ਜੈਸ਼ੀ ਦੀ ਰੋਟੀ ਖਾਵਾਂਗੇ। ਖੈਰ ਉਹ ਉਹਨਾਂ ਨੂੰ ਲਾਲਚ ਜ਼ਿਆਦਾ ਦੇਣ ਦਾ ਤੇ ਉਹ ਲਾਲਚ ਦੇ ਵਿੱਚ ਆਉਂਦੇ ਨੇ। ਉਹ ਕਹਿੰਦੇ ਨੇ ਠੀਕ ਆ ਫਿਰ ਤੂੰ ਸਾਨੂੰ ਦੱਸ ਕੀ ਕਰਨਾ। ਇਹ ਕਹਿੰਦਾ ਕਿ ਅਸੀਂ ਨਾ ਜਿੱਦਣ ਗਏ ਮੰਡੀ ਬਹਾਵਲਦੀਨ ਰਾ ਮਟੀਰੀਅਲ ਕੋ ਖਰੀਦਣ ਤੇ ਤੁਹਾਨੂੰ ਦੱਸਾਂਗੇ, ਤੁਸੀਂ ਫਲਾਂ ਜਗ੍ਹਾ ਤੇ ਆ ਜਾਣ ਤੇ ਫਿਰ ਤਿੰਨੋਂ ਜਣੇ ਰਲ ਕੇ ਇਹਦਾ ਕੰਮ ਕਰ ਦਾਂਗੇ। ਇਹ ਫਿਰ ਇਸ ਤਰ੍ਹਾਂ ਕਰਦੇ ਕਿ ਇੱਕ ਦਿਨ ਨਾ ਮੰਡੀ ਬਹਾਵਲਦੀਨ ਨੂੰ ਜਾਂਦੇ ਨੇ ਰਾ ਮਟੀਰੀਅਲ ਖਰੀਦਣ ਵਾਸਤੇ। ਉੱਥੇ ਜਿਸ ਵੇਲੇ ਜਾਂਦੇ ਨੇ ਮੋਟਰਸਾਈਕਲ ਤੇ ਬਹਿ ਜਾਂਦੇ ਨੇ ਤੇ ਸਾਜਦ ਵੀ ਨਾਲ ਚੱਲ ਜਾਂਦਾ, ਜਾ ਕੇ ਉੱਥੇ ਮਟੀਰੀਅਲ ਵਗੈਰਾ ਖਰੀਦਦੇ ਨੇ, ਖਰੀਦ ਕੇ ਰਕਸ਼ਾ ਲੋਡ ਕਰਵਾ ਕੇ ਤੇ ਫੈਕਟਰੀ ਭੇਜ ਦਿੰਦੇ ਨੇ। ਉਸ ਤੋਂ ਬਾਅਦ ਆਪ ਫਿਰ ਪਿੱਛੇ ਰਹਿ ਜਾਂਦੇ ਨੇ, ਪੈਸੇ ਨਹੀਂ ਦਿੰਦੇ ਹੈਗੇ। ਉਸ ਤੋਂ ਬਾਅਦ ਥੋੜ੍ਹੀ ਜਿਹੀ ਦੇਰ ਠਹਿਰ ਕੇ ਤੇ ਫਿਰ ਇਹ ਨਿਕਲਦੇ ਨੇ ਤੇ ਇਹਦੀ ਜੇਬ ਦੇ ਵਿੱਚ ਪੈਸੇ ਵੀ ਕਾਫੀ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਮੋਟਰਸਾਈਕਲ 'ਤੇ ਨਿਕਲਦੇ ਨੇ। ਜਿਸ ਵੇਲੇ ਤੇ ਰਸਤੇ ਦੇ ਵਿੱਚ ਆਉਂਦਿਆਂ ਇਹ ਸਾਜਦ ਜਿਹੜਾ ਕਹਿੰਦਾ ਸਰ ਜੀ ਇੱਥੇ ਨਾ ਮੇਰੇ ਰਿਸ਼ਤੇਦਾਰ ਕੋਲ ਰਹਿੰਦੇ ਨੇ ਕਾਠਿਆਂ ਵਾਲਾ ਸ਼ੇਖਾਂ ਅਲੀ ਨਹਿਰ ਦੇ ਕੋਲ, ਤੇ ਆਪਾਂ ਉਹਨਾਂ ਕੋਲ ਥੋੜ੍ਹੀ ਜਿਹੀ ਦੇਰ ਸਟੇ ਕਰ ਲੈਂਦੇ ਹਾਂ ਆਰਾਮ ਕਰਕੇ ਤੇ ਫਿਰ ਨਿਕਲ ਜਾਂਦੇ ਹਾਂ। ਤੇ ਇਹ ਕਹਿਣ ਲੱਗਾ ਕਦੀਰ ਕਿ ਚਲੋ ਠੀਕ ਹੈ ਜਿਵੇਂ ਤੂੰ ਕਹਿੰਦਾ। ਇਹਨਾਂ ਨੇ ਪਲਾਨ ਦੇ ਮੁਤਾਬਕ ਉਹ ਜਿਹੜੇ ਦੋ ਬੰਦੇ ਸੀ ਨਾ ਤੇ ਸਾਜਦ ਨੇ ਉਹਨਾਂ ਨੂੰ ਉੱਥੇ ਬੁਲਵਾਇਆ ਹੋਇਆ ਸੀ। ਜਿਉਂ ਹੀ ਇਹ ਉੱਥੇ ਪਹੁੰਚਦੇ ਨੇ ਮੋਟਰਸਾਈਕਲ ਖੜੀ ਕਰਦੇ ਨੇ ਤੇ ਇਹ ਦੋਨੋਂ ਬੰਦੇ ਜਿਹੜੇ ਪਲਾਨ ਜਿਨ੍ਹਾਂ ਦੇ ਨਾਲ ਬਣਾਇਆ ਹੁੰਦਾ ਉਹ ਤੇ ਇਹ ਕਦੀਰ, ਤਿੰਨੋਂ ਬੰਦੇ ਇਹਨੂੰ ਫਟਾਫਟ ਪੈ ਜਾਂਦੇ ਨੇ। ਕੋਈ ਸੋਟਾ ਮਾਰਦਾ, ਕੋਈ ਡੰਡਾ ਮਾਰਦਾ, ਇਹਦੇ ਸਿਰ ਦੇ ਵਿੱਚ ਇਹ ਬੇਹੋਸ਼ ਹੋ ਕੇ ਡਿੱਗ ਜਾਂਦਾ। ਇਹਨੂੰ ਨਹੀਂ ਪਤਾ ਲੱਗਦਾ ਕਿ ਮੈਨੂੰ ਕੌਣ ਮਾਰ ਰਿਹਾ ਕਿਵੇਂ ਨਹੀਂ। ਤੇ ਜਿਸ ਵੇਲੇ ਮਰ ਜਾਂਦਾ ਇਹ ਡਿੱਗ ਜਾਂਦਾ ਤੇ ਉਸ ਤੋਂ ਬਾਅਦ ਇਹ ਕੀ ਕਰਦੇ ਨੇ, ਜਦੋਂ ਦੇਖਿਆ ਵੀ ਇਹ ਮਰ ਗਿਆ
ਉੱਥੇ ਟੋਆ ਕੱਢਦੇ ਨੇ ਨਹਿਰ ਦੇ ਕਿਨਾਰੇ ਤੇ ਸ਼ੇਖਾਂ ਵਾਲੀ ਨਹਿਰ ਦੇ ਕੋਲ, ਤੇ ਟੋਆ ਕੱਢ ਕੇ ਉੱਤੇ ਮਿੱਟੀ ਪਾ ਕੇ ਤੇ ਦੱਬ ਕੇ ਹੱਥ ਝਾੜਦੇ ਨੇ। ਤਿੰਨੋਂ ਜਣੇ ਮੋਟਰਸਾਈਕਲ ਦੇ ਬਹਿੰਦੇ ਨੇ, ਵਾਪਸ ਆ ਜਾਂਦੇ ਨੇ ਕਾਰਖਾਨੇ। ਆ ਕੇ ਵਾਪਸ ਤੇ ਕਾਰਖਾਨੇ ਜਿਹੜਾ ਵੀ ਪੁੱਛਦਾ ਕਿੱਥੇ ਗਿਆ ਸਰ, ਕਦੀਰ ਸਾਹਿਬ ਕਿੱਥੇ ਆ, ਇਹ ਉਹ ਹਰ ਬੰਦੇ ਨੂੰ ਇਹੀ ਕਹਿੰਦਾ ਕਿ ਕਦੀਰ ਜਿਹੜਾ ਮਾਲਕ ਆ ਕਾਰਖਾਨੇ ਦਾ, ਉਹ ਮੈਨੂੰ ਲਾ ਕੇ ਤੇ ਮੇਰੇ ਘਰ ਚਲਾ ਗਿਆ ਸੀ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿੱਥੇ ਚਲਾ ਗਿਆ। ਫਿਰ ਇਹ ਕਾਫੀ ਦੇਰ ਘਰ ਦੇ ਜਿਹੜੇ ਨੇ ਇੰਤਜ਼ਾਰ ਕਰਦੇ ਰਹੇ। ਜਿਵੇਂ ਜਿਵੇਂ ਟਾਈਮ ਗੁਜ਼ਰਦਾ ਗਿਆ ਘਰ ਦੇ ਬੜੇ ਪਰੇਸ਼ਾਨ ਹੋ ਗਏ, ਟੈਨਸ਼ਨ ਲੈ ਗਏ ਘਰ ਦੇ। ਤੇ ਖੈਰ ਇਹ ਨਾ ਇਸ ਤਰ੍ਹਾਂ ਹੋਇਆ ਕਿ 23 ਮਈ ਨੂੰ ਇੱਕ ਰਾਹਗੀਰ ਜਿਹੜਾ ਗੁਜ਼ਰਦਾ, ਤੁਹਾਨੂੰ ਪਤਾ ਬਾਰਿਸ਼ਾਂ ਬੜੀਆਂ ਹੋਈਆਂ, ਹਨੇਰੀਆਂ ਚੱਲੀਆਂ, ਉਸ ਬਾਰਿਸ਼ਾਂ ਔਰ ਹਨੇਰੀਆਂ ਦੀ ਵਜ੍ਹਾ ਦੇ ਨਾਲ ਉਹ ਜਿਹੜੀ ਟੋਏ ਦੀ ਮਿੱਟੀ ਸੀ ਨਾ, ਕਿਤੇ ਉਹ ਜਦੋਂ ਦਬਾ ਕੇ ਨਾ ਲਾਈ ਹੋਵੇ ਤੇ ਉਹ ਬਹਿ ਜਾਂਦੀ ਆ। ਉਹ ਹਨੇਰੀ ਚੱਲਣ ਦੀ ਵਜ੍ਹਾ ਦੇ ਨਾਲ ਜਿਹੜੀ ਲਾਸ਼ ਆ ਨਾ ਉਹ ਨੰਗੀ ਹੋ ਜਾਂਦੀ ਆ। ਜਿਸ ਵੇਲੇ ਇੱਕ ਰਾਹਗੀਰ ਗੁਜ਼ਰਦਾ 23 ਮਈ ਨੂੰ, ਉਹ ਦੇਖਦਾ ਤੇ ਉਹ 15 ਤੇ ਕਾਲ ਕਰ ਦਿੰਦਾ। ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਆ। ਪੁਲਿਸ ਜਿਸ ਵੇਲੇ ਮੌਕੇ ਤੇ ਪਹੁੰਚਦੀ ਆ, ਆਸੇ ਪਾਸੇ ਪਤਾ ਕਰਦੀ ਹੈ ਕੌਣ ਆ ਕਿਵੇਂ ਆ, ਉਹ ਸ਼ਨਾਖਤ ਦੇ ਵਿੱਚ ਨਹੀਂ ਆਉਂਦੀ ਲਾਸ਼। ਪੁਲਿਸ ਜਿਹੜੀ ਆ ਉਹਦੇ ਫਿੰਗਰਪ੍ਰਿੰਟ ਲੈ ਕੇ ਅਮਾਨਤਨ ਇਸ ਦੀ ਲਾਸ਼ ਨੂੰ ਦਫਨਾ ਦਿੱਤਾ ਜਾਂਦਾ। ਉਸ ਤੋਂ ਬਾਅਦ ਡੀਪੀਓ ਸਾਹਿਬ ਤੱਕ ਜਦੋਂ ਇਹਦੀ ਖਬਰ ਪਹੁੰਚਦੀ ਆ, ਉਹ ਫਿਰ ਡੀਐਸਪੀ ਅਮਰ ਸ਼ਹੀਨ ਸਾਹਿਬ ਨੇ ਉਹਨਾਂ ਦੀ ਜ਼ਿੰਮੇਵਾਰੀ ਲਾਉਂਦੇ ਆ ਕਿ ਇਸ ਕੇਸ ਦਾ ਜਿਹੜਾ ਮਸਲਾ ਹੱਲ ਕਰੋ ਔਰ ਇਹਦਾ ਜਿਹੜਾ ਵੀ ਆ ਕੋਈ ਬੰਦਾ ਕਾਤਲ ਉਹਨੂੰ ਗ੍ਰਿਫਤਾਰ ਕਰੋ। ਪੁਲਿਸ ਫਿਰ ਇੱਕ FIR ਆਪਣੀ ਮੁਦੱਈਅਤ ਦੇ ਵਿੱਚ ਰਿਆਸਤ ਉਹਦੀ ਮੁਦਈ ਬਣਦੀ ਆ, ਦਰਜ ਕਰ ਲੈਂਦੀ ਆ ਨਾਮਲੂਮ ਅਫਰਾਦ ਦੇ ਖਿਲਾਫ। ਫਿਰ ਉਹਦੇ ਫਿੰਗਰਪ੍ਰਿੰਟ ਜਿਹੜੇ ਨੇ ਨਾਦਰਾ 'ਚ ਭੇਜੇ ਜਾਂਦੇ ਨੇ, ਉੱਥੋਂ ਫਿਰ ਸ਼ਨਾਖਤ ਹੁੰਦੀ ਆ ਕਿ ਇਹ ਤਾਂ ਕਦੀਰ ਆ ਆਜ਼ਾਦ ਕਸ਼ਮੀਰ ਦੇ ਰਹਿਣ ਵਾਲਾ। ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਆ ਉਹਦੇ ਖਾਨਦਾਨ ਦੇ ਨਾਲ ਰਾਬਤਾ ਕਰਦੀ ਆ। ਜਿਸ ਵੇਲੇ ਰਾਬਤਾ ਕਰਦੀ ਆ ਪੁਲਿਸ, ਉਹ ਪੁੱਛਦੀ ਆ ਕਿ ਕਿਸ ਤਰ੍ਹਾਂ ਹੋਇਆ, ਕਿੱਦਾਂ ਹੋਇਆ ਵਾਕਿਆ, ਹੈ ਵਕੂਆ ਕਿਵੇਂ ਹੋਇਆ। ਉਹਨਾਂ ਨੇ ਦੱਸਿਆ ਕਿ ਆਖਰੀ ਟਾਈਮ ਤੇ ਸਾਜਦ ਦੇ ਨਾਲ ਇਹ ਕਦੀਰ ਜਿਹੜਾ ਮੰਡੀ ਬਹਾਵਲਦੀਨ ਗਿਆ ਸੀ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਹੈਗਾ। ਪੁਲਿਸ ਜਿਹੜੀ ਆ ਹੁਣ ਸਾਜਦ ਦਾ ਨੰਬਰ ਲੈਂਦੀ ਆ। ਸਾਜਦ ਦਾ ਨੰਬਰ ਲੈ ਕੇ ਉਹਦੀ ਲੋਕੇਸ਼ਨ ਤੋਂ ਉਹਨੂੰ ਫਿਰ ਟ੍ਰੇਸਦੀ ਆ ਪੁਲਿਸ। ਫਿਰ ਜਿਸ ਵੇਲੇ ਸਾਜਦ ਨੂੰ ਪਕੜਦੀ ਆ ਤੇ ਪਕੜ ਕੇ ਜਦੋਂ ਉਹਨੂੰ ਆਪਣੇ ਰਵਾਇਤੀ ਅੰਦਾਜ਼ ਦੇ ਵਿੱਚ ਪੁੱਛਦੀ ਆ ਤੇ ਸਾਜਦ ਫਿਰ ਸੱਚ ਸਾਰਾ ਕੁਝ ਉਗਲ ਦਿੰਦਾ ਔਰ ਨਾਲ ਦੱਸਦਾ ਕਿ ਮੇਰੇ ਨਾਲ 2 ਬੰਦੇ ਵੀ ਮੁਲਵਸ ਨੇ। ਤੇ ਉਹਨੇ ਦੱਸਿਆ ਕਿ ਪੁੱਛਿਆ ਤੂੰ ਕਿਉਂ ਮਾਰਿਆ, ਉਹਨੇ ਕਿਹਾ ਕਿ ਸਾਰਾ ਕੰਮ ਕਾਰੋਬਾਰ ਮੈਂ ਸੰਭਾਲਦਾ ਸੀ, ਪੈਸਾ ਜਿਹੜਾ ਹੈ ਮਾਲਕ ਜੇਬ ਦੇ ਵਿੱਚ ਪਾਉਂਦਾ ਸੀ ਤੇ ਮੇਰੇ ਅੰਦਰ ਲਾਲਚ ਆ ਗਿਆ ਕਿ ਮੈਂ ਕਿਉਂ ਨਾ ਇਸ ਨੂੰ ਮਾਰ ਕੇ ਤੇ ਸਾਰਾ ਕੁਝ ਆਪ ਹੜੱਪ ਕਰ ਲਾਂ ਤੇ ਨਾਲ ਮੈਂ 2 ਬੰਦੇ ਆਪਣੇ ਨਾਲ ਮੁਲਵਸ ਕੀਤੇ ਤੇ ਇਸ ਬੰਦੇ ਨੂੰ ਮਾਰ ਕੇ ਟਿਕਾਣੇ ਲਾਇਆ। ਤੇ ਇਸ ਤਰ੍ਹਾਂ ਇਹ ਲਾਲਚ ਦੇ ਵਿੱਚ ਆ ਕੇ ਅਸੀਂ ਕੰਮ ਕਰ ਬੈਠੇ ਆ। ਤੇ ਹੁਣ ਲਾਲਚ ਦੇ ਵਿੱਚ ਆ ਕੇ ਕਰ ਤਾਂ ਬੈਠੇ, ਲੇਕਿਨ ਹੁਣ ਸਾਰੀ ਉਮਰ ਆਪਣੀ ਗੁਰਬਤ ਖਤਮ ਕਰਨੇ ਦੀ ਬਜਾਏ ਉਹ ਗੁਰਬਤ ਵਾਲੀ ਜ਼ਿੰਦਗੀ ਜੇਲ੍ਹ ਦੇ ਅੰਦਰ ਗੁਜ਼ਾਰਨਗੇ। ਕੀ ਫਾਇਦਾ ਹੋਇਆ ਇਸ ਲਾਲਚ ਦਾ। ਔਰ ਉਸ ਬੰਦੇ ਦੀ ਜ਼ਿੰਦਗੀ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਲਾਲਚ ਦੇ ਵਿੱਚ ਆ ਕੇ, ਤੇ ਆਪ ਹੁਣ ਸਾਰੀ ਉਮਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਗੁਜ਼ਾਰਨਗੇ। ਤੇ ਲਾਲਚ ਜਿਹੜੀ ਆ ਇਹ ਬੁਰੀ ਬਲਾ ਆ। ਇਸ ਵੀਡੀਓ ਦੇ ਬਾਰੇ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਔਰ ਨਾਲ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਔਰ ਫੇਸਬੁੱਕ ਪੇਜ ਨੂੰ ਔਰ ਟਿਕਟੌਕ ਨੂੰ ਫਾਲੋ ਜ਼ਰੂਰ ਕਰ ਲੈਣਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਨਾਲ ਅੰਗੂਠੇ ਦੇ ਬਟਨ ਨੂੰ ਵੀ ਦਬਾ ਦਿਆ ਕਰੋ। अस्सलामु अलैकुम व रहमतुल्लाहि व बरकातहू।